प्यारे बच्चों, मेरे YouTube चैनल ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਤਿਹਾਸ ਦੇ ਇੱਕ ਮਹੱਤਵਪੂਰਨ ਟੌਪਿਕ ਦਿੱਲੀ ਸਲਤਨਤ ਉੱਤੇ ਚਰਚਾ ਕਰਾਂਗੇ। ਅੱਜ ਅਸੀਂ ਦਿੱਲੀ ਸਲਤਨਤ ਦੇ ਭਾਗ ਪਹਿਲੇ ਉੱਤੇ ਚਰਚਾ ਕਰਾਂਗੇ। ਦਿੱਲੀ ਸਲਤਨਤ ਦਾ ਇਤਿਹਾਸ। ਬੱਚਿਓ, ਦਿੱਲੀ ਸਲਤਨਤ ਭਾਰਤੀ ਉਪ ਮਹਾਦੀਪ ਵਿੱਚ ਉਹ ਇਸਲਾਮਿਕ ਰਾਜ ਸੀ ਜਿਸ ਨੇ 320 ਸਾਲਾਂ ਯਾਨੀ 1206 ਈਸਵੀ ਤੋਂ 1526 ਈਸਵੀ ਤੱਕ ਰਾਜ ਕੀਤਾ। ਇਸ ਦੌਰਾਨ ਭਾਰਤੀ ਉਪ ਮਹਾਦੀਪ ਨੇ ਦਿੱਲੀ ਸਲਤਨਤ ਨਾਲ ਜੁੜੇ ਕਈ ਵੰਸ਼ਾਂ ਅਤੇ ਉਹਨਾਂ ਦੇ ਸੁਲਤਾਨਾਂ ਦਾ ਰਾਜ ਵੇਖਿਆ। ਦਿੱਲੀ ਸਲਤਨਤ ਨਾਲ ਜੁੜੇ ਪ੍ਰਸਿੱਧ ਵੰਸ਼। ਬੱਚਿਓ, ਦਿੱਲੀ ਸਲਤਨਤ ਦਾ ਪਹਿਲਾ ਵੰਸ਼ ਸੀ ਮਮਲੂਕ ਯਾਨੀ ਗੁਲਾਮ ਯਾਨੀ ਦਾਸ ਵੰਸ਼, ਜਿਸ ਨੇ 1206 ਤੋਂ 1290 ਈਸਵੀ ਤੱਕ ਰਾਜ ਕੀਤਾ। ਫਿਰ ਖਿਲਜੀ ਵੰਸ਼, ਜਿਸ ਨੇ 1290 ਈਸਵੀ ਤੋਂ 1320 ਈਸਵੀ ਤੱਕ ਰਾਜ ਕੀਤਾ। ਉਸ ਤੋਂ ਬਾਅਦ ਤੁਗਲਕ ਵੰਸ਼, ਜਿਸ ਨੇ 1320 ਈਸਵੀ ਤੋਂ 1414 ਈਸਵੀ ਤੱਕ ਰਾਜ ਕੀਤਾ। ਉਸ ਤੋਂ ਬਾਅਦ ਸੈਯਦ ਵੰਸ਼, ਜਿਸ ਨੇ 1414 ਈਸਵੀ ਤੋਂ 1451 ਈਸਵੀ ਤੱਕ ਰਾਜ ਕੀਤਾ। ਉਸ ਤੋਂ ਬਾਅਦ ਲੋਧੀ ਵੰਸ਼, ਜਿਸ ਨੇ ਕਿ 1451 ਈਸਵੀ ਤੋਂ 1526 ਈਸਵੀ ਤੱਕ ਰਾਜ ਕੀਤਾ। ਤਾਂ ਬੱਚਿਓ, ਅੱਜ ਅਸੀਂ ਸਭ ਤੋਂ ਪਹਿਲਾਂ ਗੁਲਾਮ ਵੰਸ਼ ਯਾਨੀ ਮਮਲੂਕ ਵੰਸ਼ ਯਾਨੀ ਦਾਸ ਵੰਸ਼ ਬਾਰੇ ਚਰਚਾ ਕਰਾਂਗੇ। ਗੁਲਾਮ ਵੰਸ਼ ਯਾਨੀ ਮਮਲੂਕ ਵੰਸ਼। ਬੱਚਿਓ, ਮਮਲੂਕ ਦਾ ਅਰਥ ਹੁੰਦਾ ਹੈ ਗੁਲਾਮ। ਗੁਲਾਮ ਵੰਸ਼ ਦਾ ਸੰਸਥਾਪਕ ਕੁਤੁਬਦੀਨ ਐਬਕ ਸੀ, ਜੋ ਮੁਹੰਮਦ ਗੌਰੀ ਦਾ ਗੁਲਾਮ ਸੀ। ਕੁਤੁਬਦੀਨ ਐਬਕ ਦਿੱਲੀ ਸਲਤਨਤ ਦਾ ਪਹਿਲਾ ਸੁਲਤਾਨ ਸੀ। ਉਸਨੇ 4 ਸਾਲਾਂ ਤੱਕ ਰਾਜ ਕੀਤਾ, ਯਾਨੀ 1206 ਈਸਵੀ ਤੋਂ 1210 ਈਸਵੀ ਤੱਕ। ਬੱਚਿਓ, ਉਹ ਗੌਰ ਦੇ ਸ਼ਾਸਕ ਮੁਹੰਮਦ ਗੌਰੀ ਦਾ ਜਰਨੈਲ ਸੀ। ਇਸ ਤੋਂ ਪਹਿਲਾਂ ਮੁਹੰਮਦ ਗੌਰੀ ਨੇ ਉਸ ਨੂੰ ਇੱਕ ਗੁਲਾਮ ਵਜੋਂ ਖਰੀਦਿਆ ਸੀ। ਤਰਾਇਨ ਦੇ ਯੁੱਧ ਜਿੱਤ ਕੇ ਗੌਰੀ ਦਾ ਪ੍ਰਭਾਵ ਭਾਰਤੀ ਉਪ ਮਹਾਦੀਪ ਵਿੱਚ ਵੱਧ ਗਿਆ। ਉਸਨੇ ਕੁਤੁਬਦੀਨ ਨੂੰ ਭਾਰਤ ਵਿੱਚ ਆਪਣਾ ਨੁਮਾਇੰਦਾ ਨਿਯੁਕਤ ਕਰ ਦਿੱਤਾ, ਜੋ ਉਸ ਦੀ ਮੌਤ ਤੋਂ ਬਾਅਦ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਬਣਿਆ ਅਤੇ ਉਸਨੇ ਗੁਲਾਮ ਵੰਸ਼ ਦੀ ਨੀਂਹ ਰੱਖੀ। ਕੁਤੁਬਦੀਨ ਐਬਕ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਭਾਰਤੀ ਉਪ ਮਹਾਦੀਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਕਈ ਉਪਰਾਲੇ ਕੀਤੇ। ਉਸ ਦੀ ਮੌਤ ਚੌਗਾਨ ਨਾਂ ਦੀ ਇੱਕ ਖੇਡ ਖੇਡਦੇ ਹੋਏ ਘੋੜੇ ਤੋਂ ਡਿੱਗਣ ਕਰਕੇ ਹੋਈ। ਉਸ ਦੇ ਸਮੇਂ ਬਣੇ ਕੁਤਬ ਮੀਨਾਰ, ਜੋ ਕਿ ਦਿੱਲੀ ਦੇ ਵਿੱਚ ਹੈ, ਅਤੇ 28 ਦਿਨ ਕਾ ਝੌਂਪੜਾ, ਜੋ ਕਿ ਅਜਮੇਰ ਦੇ ਵਿੱਚ ਹੈ, ਵਿਸ਼ਵ ਪ੍ਰਸਿੱਧ ਇਮਾਰਤਾਂ ਹਨ। ਬੱਚਿਓ, ਤੁਹਾਡੀ ਸਕਰੀਨ ਤੇ ਇਸ ਵੇਲੇ ਕੁਤਬ ਮੀਨਾਰ ਅਤੇ 28 ਦਿਨ ਕਾ ਝੌਂਪੜਾ, ਇਹਨਾਂ ਦੇ ਚਿੱਤਰ ਦਿਖਾਏ ਜਾ ਰਹੇ ਹਨ। ਆਰਾਮ ਸ਼ਾਹ 1210 ਈਸਵੀ ਤੋਂ 1211 ਈਸਵੀ। ਆਰਾਮ ਸ਼ਾਹ ਕੁਤੁਬਦੀਨ ਐਬਕ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਦਿੱਲੀ ਸਲਤਨਤ ਦਾ ਦੂਜਾ ਸ਼ਾਸਕ ਬਣਿਆ। ਉਸ ਦਾ ਕਾਰਜਕਾਲ ਬਹੁਤ ਹੀ ਘੱਟ ਰਿਹਾ। ਕਈ ਇਤਿਹਾਸਕਾਰ ਉਸ ਨੂੰ ਕੁਤੁਬਦੀਨ ਐਬਕ ਦਾ ਪੁੱਤਰ ਵੀ ਦੱਸਦੇ ਹਨ। ਉਸ ਨੂੰ ਇਲਤੁਤਮਿਸ਼ ਨੇ ਗੱਦੀ ਤੋਂ ਉਤਾਰ ਦਿੱਤਾ। ਸ਼ਮਸੁਦੀਨ ਇਲਤੁਤਮਿਸ਼ 1211 ਤੋਂ 1236 ਈਸਵੀ। ਬੱਚਿਓ, ਉਹ ਗੁਲਾਮ ਵੰਸ਼ ਦਾ ਤੀਜਾ ਸੁਲਤਾਨ ਸੀ। ਉਹ ਸਭ ਤੋਂ ਪ੍ਰਭਾਵਸ਼ਾਲੀ ਸੁਲਤਾਨ ਰਿਹਾ। ਉਹ ਵੀ ਆਪਣੇ ਸ਼ੁਰੂਆਤੀ ਜੀਵਨ ਦੇ ਵਿੱਚ ਇੱਕ ਗੁਲਾਮ ਸੀ, ਪਰ ਆਪਣੀ ਯੋਗਤਾ ਕਾਰਨ ਉਹ ਹੌਲੇ-ਹੌਲੇ ਸ਼ਕਤੀ ਪ੍ਰਾਪਤ ਕਰਦਾ ਰਿਹਾ। ਉਸ ਦੀ ਸ਼ਾਦੀ ਕੁਤੁਬਦੀਨ ਐਬਕ ਦੀ ਇੱਕ ਪੁੱਤਰੀ ਨਾਲ ਹੋਈ ਸੀ। ਉਹ ਆਰਾਮ ਸ਼ਾਹ ਨੂੰ ਗੱਦੀ ਤੋਂ ਉਤਾਰ ਕੇ 1211 ਦੇ ਵਿੱਚ ਦਿੱਲੀ ਦਾ ਸੁਲਤਾਨ ਬਣ ਗਿਆ। ਐਬਕ ਦੀ ਮੌਤ ਤੋਂ ਬਾਅਦ ਹੱਥੋਂ ਖੋ ਗਏ ਕਾਫੀ ਇਲਾਕੇ ਉਸਨੇ ਮੁੜ ਤੋਂ ਜਿੱਤ ਲਏ। ਉਸਨੇ ਆਪਣੇ ਵਿਰੁੱਧ ਹੋਏ ਕਈ ਵਿਦਰੋਹਾਂ ਨੂੰ ਦਬਾਇਆ ਅਤੇ ਭਾਰਤੀ ਉਪ ਮਹਾਦੀਪ ਦੀ ਮੰਗੋਲ ਜਾਤੀ ਦੇ ਹਮਲਿਆਂ ਤੋਂ ਰੱਖਿਆ ਵੀ ਕੀਤੀ। ਬੱਚਿਓ, ਉਸਨੇ 2 ਨਵੇਂ ਸਿੱਕੇ, ਜੀਤਲ ਜੋ ਕਿ ਤਾਂਬੇ ਦਾ ਸੀ ਅਤੇ ਟੰਕਾ ਜੋ ਕਿ ਚਾਂਦੀ ਦਾ ਸੀ, ਉਹ ਵੀ ਜਾਰੀ ਕੀਤੇ। ਉਸ ਨੂੰ ਤੁਰਕੀ ਦੇ ਖਲੀਫਾ ਨੇ ਵੀ ਮਾਨਤਾ ਦਿੱਤੀ। ਉਸ ਦੀ ਮੌਤ 1236 ਦੇ ਵਿੱਚ ਹੋਈ। ਉਸ ਨੂੰ ਮਹਿਰੌਲੀ ਯਾਨੀ ਦਿੱਲੀ ਦੇ ਵਿੱਚ ਇੱਕ ਥਾਂ ਹੈ, ਉੱਥੇ ਕੁਤਬ ਮੀਨਾਰ ਦੇ ਨੇੜੇ ਦਫਨਾਇਆ ਗਿਆ। ਬੱਚਿਓ, ਇਸ ਵੇਲੇ ਤੁਹਾਡੀ ਸਕਰੀਨ ਤੇ ਇਲਤੁਤਮਿਸ਼ ਦਾ ਮਕਬਰਾ ਜੋ ਕਿ ਦਿੱਲੀ ਦੇ ਵਿੱਚ ਹੈ, ਉਹ ਦਿਖਾਇਆ ਗਿਆ ਹੈ। ਇਲਤੁਤਮਿਸ਼ ਦੁਆਰਾ ਜਾਰੀ ਕੀਤੇ ਗਏ ਸਿੱਕੇ, ਇੱਕ ਜੀਤਲ, ਇੱਕ ਟੰਕਾ। ਇਸ ਵੇਲੇ ਸਕਰੀਨ ਤੇ ਇਲਤੁਤਮਿਸ਼ ਦੇ ਸਮੇਂ ਰਾਜ ਦਾ ਵਿਸਥਾਰ ਦਾ ਨਕਸ਼ਾ ਤੁਹਾਨੂੰ ਦਿਖਾਇਆ ਜਾ ਰਿਹਾ ਹੈ।
रुकनुद्दीन फिरोज 1236 ਈਸਵੀ। ਬੱਚਿਓ, ਉਹ 1236 ਦੇ ਵਿੱਚ ਆਪਣੇ ਪਿਤਾ ਇਲਤੁਤਮਿਸ਼ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਬਣਿਆ। ਉਹ ਸਿਰਫ 7 ਮਹੀਨੇ ਹੀ ਸੁਲਤਾਨ ਦੀ ਗੱਦੀ ਤੇ ਰਹਿ ਸਕਿਆ। ਉਸ ਨੂੰ ਉਸਦੀ ਭੈਣ ਰਜ਼ੀਆ ਨੇ ਗੱਦੀ ਤੋਂ ਉਤਾਰ ਦਿੱਤਾ ਅਤੇ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸੁਲਤਾਨ ਬਣ ਗਈ। ਰਜ਼ੀਆ ਸੁਲਤਾਨ 1236 ਤੋਂ 1240 ਈਸਵੀ। ਬੱਚਿਓ, ਉਹ ਭਾਰਤੀ ਉਪ ਮਹਾਦੀਪ ਦੀ ਸਭ ਤੋਂ ਪਹਿਲੀ ਮੁਸਲਿਮ ਮਹਿਲਾ ਸ਼ਾਸਕ ਸੀ। ਉਹ ਇਲਤੁਤਮਿਸ਼ ਦੀ ਪੁੱਤਰੀ ਸੀ। ਉਸ ਦੀ ਨਿਯੁਕਤੀ ਨੂੰ ਮੁਸਲਿਮ ਸਮਾਜ ਦੇ ਉੱਚ ਵਰਗ ਦੇ ਲੋਕਾਂ ਨੇ ਚੁਣੌਤੀ ਦਿੱਤੀ, ਪਰੰਤੂ ਉਸਨੇ ਆਪਣੀ ਸ਼ਕਤੀ ਵਧਾਉਣੀ ਜਾਰੀ ਰੱਖੀ। ਰਜ਼ੀਆ ਦੀ ਮੌਤ 1240 ਦੇ ਵਿੱਚ ਹੋਈ। ਸੁਲਤਾਨ ਮੁਇਜ਼ੁਦੀਨ ਬਹਿਰਾਮ ਦੀ ਸੈਨਾ ਦੁਆਰਾ ਰਜ਼ੀਆ ਤੇ ਉਸਦੀ ਸਹਾਇਤਾ ਕਰਨ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੱਚਿਓ, ਰਜ਼ੀਆ ਦੀ ਕਬਰ ਪੁਰਾਣੀ ਦਿੱਲੀ ਦੇ ਵਿੱਚ ਹੈ, ਜਿਸ ਦਾ ਚਿੱਤਰ ਤੁਹਾਡੇ ਸਕਰੀਨ ਤੇ ਦਿਖਾਇਆ ਗਿਆ ਹੈ। ਮੁਇਜ਼ੁਦੀਨ ਬਹਿਰਾਮ 1240 ਈਸਵੀ ਤੋਂ 1242 ਈਸਵੀ। ਬੱਚਿਓ, ਉਹ ਇਲਤੁਤਮਿਸ਼ ਦਾ ਪੁੱਤਰ ਅਤੇ ਰਜ਼ੀਆ ਦਾ ਭਰਾ ਸੀ, ਜੋ ਰਜ਼ੀਆ ਦੀ ਮੌਤ ਤੋਂ ਬਾਅਦ ਦਿੱਲੀ ਦਾ ਸੁਲਤਾਨ ਬਣਿਆ। ਉਸ ਨੂੰ 40 ਵੱਡੇ ਸਰਦਾਰਾਂ ਦੁਆਰਾ ਗੱਦੀ ਤੇ ਬਿਠਾਇਆ ਗਿਆ। ਉਸ ਦਾ ਕਤਲ ਉਸ ਦੀ ਆਪਣੀ ਸੈਨਾ ਦੁਆਰਾ 1242 ਈਸਵੀ ਦੇ ਵਿੱਚ ਕਰ ਦਿੱਤਾ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦਾ ਭਤੀਜਾ ਅਲਾਉਦੀਨ ਮਸੂਦ ਗੱਦੀ ਤੇ ਬੈਠਿਆ। ਅਲਾਉਦੀਨ ਮਸੂਦ 1242 ਤੋਂ 1246 ਈਸਵੀ। ਬੱਚਿਓ, ਉਹ ਰੁਕਨੁਦੀਨ ਫਿਰੋਜ਼ ਦਾ ਪੁੱਤਰ ਸੀ ਅਤੇ ਇਲਤੁਤਮਿਸ਼ ਦਾ ਪੋਤਰਾ ਸੀ। ਉਹ ਯੋਗ ਅਤੇ ਪ੍ਰਭਾਵਸ਼ਾਲੀ ਸ਼ਾਸਕ ਨਹੀਂ ਸੀ। ਉਹ ਆਪਣੇ ਵੱਡੇ ਸਰਦਾਰਾਂ ਦੇ ਹੱਥ ਵਿੱਚ ਇੱਕ ਕਠਪੁਤਲੀ ਵਾਂਗ ਸੀ। ਉਸ ਨੂੰ 1246 ਈਸਵੀ ਦੇ ਵਿੱਚ ਉਸ ਦੇ ਚਚੇਰੇ ਭਰਾ ਨਾਸਿਰੁਦੀਨ ਮਹਿਮੂਦ ਦੁਆਰਾ ਗੱਦੀ ਤੋਂ ਉਤਾਰ ਦਿੱਤਾ ਗਿਆ। ਨਾਸਿਰੁਦੀਨ ਮਹਿਮੂਦ 1246 ਈਸਵੀ ਤੋਂ 1266 ਈਸਵੀ। ਬੱਚਿਓ, ਉਹ 1266 ਈਸਵੀ ਦੇ ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਉਹ ਇੱਕ ਧਾਰਮਿਕ ਵਿਅਕਤੀ ਸੀ ਅਤੇ ਉਸ ਦਾ ਜ਼ਿਆਦਾਤਰ ਸਮਾਂ ਕੁਰਾਨ ਦੀ ਲਿਖਤ ਬਣਾਉਣ ਦੇ ਵਿੱਚ ਬਤੀਤ ਹੁੰਦਾ ਸੀ। ਉਸ ਦਾ ਜੀਵਨ ਬੜਾ ਸਧਾਰਨ ਸੀ। ਗਿਆਸੁਦੀਨ ਬਲਬਨ 1266 ਤੋਂ 1287 ਈਸਵੀ। ਬੱਚਿਓ, ਉਹ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਸੁਲਤਾਨ ਸੀ, ਜੋ 1266 ਈਸਵੀ ਦੇ ਵਿੱਚ ਨਾਸਿਰੁਦੀਨ ਮਹਿਮੂਦ ਤੋਂ ਬਾਅਦ ਦਿੱਲੀ ਦਾ ਸੁਲਤਾਨ ਬਣਿਆ। ਉਹ ਨਾਸਿਰੁਦੀਨ ਮਹਿਮੂਦ ਦਾ ਇੱਕ ਵਜ਼ੀਰ ਸੀ। ਉਸਨੇ ਆਪਣੇ ਸਮੇਂ ਦੇ ਦੌਰਾਨ ਆਪਣੀ ਸੈਨਾ ਨੂੰ ਬਹੁਤ ਹੀ ਮਜ਼ਬੂਤ ਬਣਾਇਆ। ਉਸਨੇ ਆਪਣੇ ਦਰਬਾਰ ਦੇ ਵਿੱਚ 40 ਸਰਦਾਰਾਂ ਦੀ ਵੱਧ ਰਹੀ ਸ਼ਕਤੀ ਨੂੰ ਵੀ ਦਬਾਇਆ। ਉਸਨੇ ਮੰਗੋਲਾਂ ਦੇ ਭਾਰਤ ਉੱਪਰ ਹੋਣ ਵਾਲੇ ਹਮਲਿਆਂ ਨੂੰ ਵੀ ਰੋਕਿਆ। ਉਸਨੇ ਪੂਰੀ ਸਲਤਨਤ ਦੇ ਵਿੱਚ ਇੱਕ ਚੰਗੀ ਵਿੱਤ ਵਿਵਸਥਾ ਨੂੰ ਵੀ ਲਾਗੂ ਕੀਤਾ। ਗਿਆਸੁਦੀਨ ਬਲਬਨ ਦਾ ਚਿੱਤਰ ਤੁਹਾਡੀ ਸਕਰੀਨ ਤੇ ਦਿਖਾਇਆ ਗਿਆ ਹੈ। ਬੱਚਿਓ, ਬਲਬਨ ਨੇ ਆਪਣੇ ਦਰਬਾਰ ਅਤੇ ਸਲਤਨਤ ਦੇ ਵਿੱਚ ਹੋਣ ਵਾਲੇ ਸਾਰੇ ਵਿਦਰੋਹਾਂ ਨੂੰ ਮਜ਼ਬੂਤੀ ਨਾਲ ਦਬਾਇਆ। ਉਸਨੇ ਆਪਣੇ ਦਰਬਾਰ ਵਿੱਚ ਸਖਤ ਅਨੁਸ਼ਾਸਨ ਵੀ ਲਾਗੂ ਕੀਤਾ ਹੋਇਆ ਸੀ। ਬਲਬਨ ਦੀ ਮੌਤ 1287 ਈਸਵੀ ਦੇ ਵਿੱਚ ਹੋਈ। ਇਸ ਸਕਰੀਨ ਉੱਤੇ ਬਲਬਨ ਦਾ ਮਕਬਰਾ, ਜੋ ਕਿ ਦਿੱਲੀ ਦੇ ਵਿੱਚ, ਉਹ ਦਿਖਾਇਆ ਗਿਆ। ਮੁਇਜ਼ੁਦੀਨ ਕੈਕਾਬਾਦ 1287 ਤੋਂ 1290 ਈਸਵੀ। ਬੱਚਿਓ, ਉਹ ਮਮਲੂਕ ਵੰਸ਼ ਦਾ ਆਖਰੀ ਸੁਲਤਾਨ ਸੀ, ਜੋ ਬਲਬਨ ਦੀ ਮੌਤ ਤੋਂ ਬਾਅਦ ਸੁਲਤਾਨ ਬਣਿਆ। ਉਹ ਬੁਗਰਾ ਖਾਨ ਦਾ ਪੁੱਤਰ ਅਤੇ ਬਲਬਨ ਦਾ ਪੋਤਰਾ ਸੀ। ਉਹ ਇੱਕ ਅਯੋਗ ਸ਼ਾਸਕ ਸਿੱਧ ਹੋਇਆ। ਉਸ ਦਾ ਸਮਾਂ ਮੌਜ ਮਸਤੀ ਦੇ ਵਿੱਚ ਬਤੀਤ ਹੁੰਦਾ ਸੀ। ਉਹ ਆਪਣੀ ਪ੍ਰਜਾ ਦੇ ਵਿੱਚ ਬਹੁਤ ਹੀ ਬਦਨਾਮ ਸੀ। ਉਸ ਦਾ ਕਤਲ ਇੱਕ ਖਿਲਜੀ ਵਜ਼ੀਰ ਦੁਆਰਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੱਚਿਓ, ਮਮਲੂਕ ਵੰਸ਼ ਦਾ ਅੰਤ ਹੋ ਗਿਆ।